ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਆਪ ਜੀ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਉਜਾਨ ਦਾ ਰਹਿਣ ਵਾਲਾ ਬਿਸ਼ੰਬਰ ਦਾਸ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹੁਤ ਭਾਵਨਾ ਨਾਲ ਜਿਸ ਨੇ ਅਰਦਾਸ ਕੀਤੀ ਹੈ, ਗਰੀਬ ਨਵਾਜ ਸਤਿਗੁਰੂ, ਮੇਰੇ ਘਰ ਦੀ ਸੰਪਦਾ ਬਰਬਾਦ ਹੋ ਗਈ ਹੈ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਸੰਸਾਰ ਦੇ ਘਰ ਦੇ ਸੁੱਖ ਬਖਸ਼ੋ। ਤਾਂ ਸਤਿਗੁਰੂ ਕਲਗੀਧਰ ਸਾਹਿਬ ਨੇ ਕਿਹਾ, ਬਿਸ਼ੰਬਰ ਦਾਸ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ, ਪੰਜਾਂ ਸਿੰਘਾਂ ਨੂੰ ਗੁਰੂ ਅਰਥ ਲੰਗਰ ਛਕਾਉਣਾ, ਘਰ ਦੇ ਵਿੱਚ ਸੰਪਦਾ ਵੱਧ ਜਾਂਦੀ ਹੈ, ਸੁੱਖ ਪਦਾਰਥ ਵੱਧ ਜਾਂਦੇ ਹਨ। ਫਿਰ ਬਿਸ਼ੰਬਰ ਦਾਸ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰਾ ਦੂਰ ਦੇਸ਼ ਹੈ, ਮੈਨੂੰ ਇਹ ਦੱਸੋ ਕਿ ਅਰਦਾਸ ਕਦੋਂ ਕਦੋਂ ਤੇ ਕਿਸ ਕਿਸ ਵੇਲੇ ਅਰਦਾਸ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਿਸ਼ੰਬਰ ਦਾਸ ਨੂੰ ਉਸ ਦੇ ਬੇਨਤੀ ਕਰਨ ਤੋਂ ਇਹ ਉਪਦੇਸ਼ ਦਿੱਤਾ ਹੈ। ਮਹਾਰਾਜ ਜੀ ਨੇ ਅਰਦਾਸਾਂ ਕਰਨ ਦੀ ਜਾਚ ਦੱਸੀ ਹੈ। ਅਰਦਾਸ ਕਦੋਂ ਕਦੋਂ ਕਿਸ ਵੇਲੇ ਕਰਨੀ ਚਾਹੀਦੀ ਹੈ। ਮਹਾਰਾਜ ਜੀ ਨੇ ਪਹਿਲੀਆਂ 3 ਅਰਦਾਸਾਂ ਦੱਸੀਆਂ। ਸੰਤਾਨ ਦੀ ਉਤਪਤੀ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਫਿਰ ਮਹਾਰਾਜ ਕਹਿੰਦੇ ਨੇ, ਇਸ ਪ੍ਰਕਾਰ ਉਸ ਦੇ ਜਨਮ ਤੋਂ ਪਹਿਲਾਂ ਗਰਭ ਦੇ ਦੌਰਾਨ ਅਰਦਾਸ ਕਰੇ, ਮਹਾਰਾਜ ਕਿਰਪਾ ਕਰਿਓ, ਆਪ ਜੀ ਰਹਿਮਤ ਕਰਿਓ, ਮਹਾਰਾਜ ਇਸ ਦਾ ਬੱਚੇ ਦਾ ਜਨਮ ਸੁਖ ਢੰਗ ਨਾਲ ਹੋਵੇ। ਫਿਰ ਇਸ ਪ੍ਰਕਾਰ ਸਹਿਤ ਸੁਫਲ ਫਲਣ ਵਾਸਤੇ, ਭਾਵ ਅਰੋਗ ਰਹਿਣ ਵਾਸਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ। ਅਖੰਡ ਬ੍ਰਿਧੀ ਵਾਸਤੇ ਦੂਸਰੀ ਅਰਦਾਸ ਹੈ ਤੇ ਸੁਖ ਦੇ ਸਹਿਤ ਫਲਣ ਵਾਸਤੇ ਤੀਸਰੀ ਅਰਦਾਸ ਹੈ। ਇਹ ਸੱਚੇ ਪਾਤਸ਼ਾਹ ਜੀ ਨੇ 3 ਅਰਦਾਸਾਂ ਕਹੀਆਂ ਨੇ। ਅੱਗੇ ਜਿਵੇਂ ਮਹਾਰਾਜ ਕਹਿ ਰਹੇ ਹਨ, ਬਖਸ਼ਿਸ਼ ਕਰ ਰਹੇ ਨੇ, ਆਓ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਾਸ਼ਟ ਹਰੇ ਬੇਲੀ ਫਲੈ ਗੁਰ ਪੂਜਕ ਸੈਸ ਸੀਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਨਮ ਵੇਲੇ ਦੀ ਪੀੜਾ ਹਰਨ ਵਾਸਤੇ ਅਰਦਾਸ ਕਰੇ, ਭਾਵ ਜਪਜੀ ਸਾਹਿਬ ਦਾ ਪਾਠ ਕਰੇ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ। ਕਹਿੰਦੇ ਨੇ ਕਿ ਬੱਚੇ ਨੂੰ ਜਨਮ ਵੇਲੇ ਬਹੁਤ ਪੀੜਾ ਸਹਾਰਨੀ ਪੈਂਦੀ ਹੈ। 100 ਜਨਮ ਦਾ ਗਿਆਨ ਹੁੰਦਾ, ਮਾਤਾ ਦੇ ਗਰਭ ਵਿੱਚ, ਤੇ ਜਨਮ ਲੈਂਦਿਆਂ ਸਭ ਕੁਝ ਹੀ ਭੁੱਲ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਕਸ਼ਟ ਦੇ ਹਰਨ ਵਾਸਤੇ, ਜਨਮ ਦੇ ਸਮੇਂ ਦੀ ਪੀੜਾ ਨੂੰ ਨਾਸ ਕਰਨ ਵਾਸਤੇ ਅਰਦਾਸ ਕਰੇ। ਫਿਰ ਅਰਦਾਸ ਕਰੇ ਜਿਹੜੀ ਚੌਥੀ ਹੈ, ਵਾਹਿਗੁਰੂ ਪੰਜਵੀਂ ਅਰਦਾਸ ਹੈ, ਉਹ ਇਹ ਕਰੇ ਕਿ ਮਹਾਰਾਜ ਮੇਰੀ ਜਿਹੜੀ ਕੁੱਲ ਹੈ ਉਹ ਫਲੇ, ਵੇਲ ਦੇ ਵਧਣ ਵਾਸਤੇ ਅਰਦਾਸ ਕਰੇ। ਫਿਰ ਇਸ ਪ੍ਰਕਾਰ ਜਿਹੜੀ 6ਵੀਂ ਅਰਦਾਸ ਹੈ, ਬੱਚੇ ਨੂੰ ਸੀਨੇ ਲਾਉਂਦਿਆਂ ਹੋਇਆਂ, ਛਾਤੀ ਲਾਉਂਦਿਆਂ ਹੋਇਆਂ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰੇ। ਅਬੈ ਕਹੋ ਅਰਦਾਸ ਮੈਂ ਜਿਮ ਸ਼੍ਰੀ ਮੁਖ ਕਹਿ ਦੀਨ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਬਾਬਾ ਗੁਰਬਖਸ਼ ਸਿੰਘ ਜੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੋਤਰੇ, ਉਹ ਕਹਿੰਦੇ ਨੇ ਕਿ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੱਗੇ ਅਰਦਾਸ ਕਹਿੰਦੇ ਹਨ, ਇਵੇਂ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਕਿਹਾ ਹੋਇਆ ਸ਼ਬਦ ਜਿਹੜਾ ਉਹ ਅਸੀਂ ਅੱਗੇ ਦੱਸਦੇ ਹਾਂ। ਛੰਦ ਬੰਦ ਕੁਝ ਗਿਣਤ ਨਹਿ ਸਬਤ ਪ੍ਰਥਮ ਕੀ ਚੀਨ। ਕਵੀ ਰਾਜ ਜੀ ਨੇ ਕਿਹਾ ਹੈ ਕਿ ਇਹਨਾਂ ਅਰਦਾਸਾਂ ਦੀ ਜਿਹੜੀ ਸ਼ੈਲੀ ਹੈ ਕਠਿਨ ਹੋਣ ਕਰਕੇ, ਭਾਵ ਮਹਿੰਗੀ ਹੋਣ ਕਰਕੇ, ਇਸ ਦੇ ਵਿੱਚ ਛੰਦਾਂ ਬੰਦਾਂ ਦੀ ਗਿਣਤੀ ਸਰੋਤਾ ਜਨਿਓ ਨਾ ਕਰਿਓ। ਜਿਹੜੀਆਂ ਪਹਿਲੀਆਂ ਇਸ ਪ੍ਰਕਾਰ ਅਸੀਂ 6 ਦੱਸ ਆਏ ਹਾਂ, ਹੁਣ ਅੱਗੇ 7ਵੀਂ ਅਰਦਾਸ ਕਹਿੰਦੇ ਹਾਂ। 8 ਭੋ ਜੈ ਪੀਨ ਭਗ ਵਸਤਰਨ ਮਹਿ ਗੁਰ ਸੈਸ ਦੀਨ। ਵਾਹਿਗੁਰੂ 7 ਅਰਦਾਸਾਂ ਕਹਿ ਆਏ ਹਨ। ਕਵੀ ਰਾਜ ਕਹਿੰਦੇ ਹੁਣ 8ਵੀਂ ਅਰਦਾਸ ਇਹ ਹੈ ਕਿ ਬੱਚੇ ਨੂੰ ਦੁੱਧ ਪਿਆਉਣ ਲੱਗਿਆਂ ਵੀ ਅਰਦਾਸ ਕਰੇ।
ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਉਦੋਂ ਅਰਦਾਸ ਕਰੇ ਜਦੋਂ ਉਸ ਦੇ ਸਰੀਰ ਨੂੰ ਕੱਪੜਾ ਛਹਾਉਣਾ ਹੋਵੇ। ਤਾਂ ਕੱਪੜਾ ਪਾਉਣ ਲੱਗਿਆਂ ਪੁਰਾਤਨ ਮਰਜ਼ਾਦਾ ਕੀ ਹੁੰਦੀ ਸੀ ਕਿ ਗੁਰੂ ਸਾਹਿਬ ਜੀ ਦੇ ਜੋ ਰੁਮਾਲੇ ਸਾਹਿਬ ਹੁੰਦੇ ਐ, ਉਹਨਾਂ ਰੁਮਾਲੇ ਸਾਹਿਬਾਂ ਵਿੱਚੋਂ ਸ਼ੇਸ਼ ਬਚਿਆ ਹੋਇਆ ਜਿਹੜਾ ਵਰਤੋਂ ਵਿੱਚ ਨਾ ਆਉਂਦਾ ਹੋਵੇ, ਗੁਰੂ ਸਾਹਿਬ ਜੀ ਦੀ ਦੁਆਰਾ ਉਹ ਸੇਵਾ ਵਿੱਚ ਨਾ ਲੱਗ ਸਕਦਾ ਹੋਵੇ, ਉਹ ਐਸਾ ਇੱਕ ਛੋਟਾ ਵਸਤਰ ਜਿਹੜਾ ਸੀ ਬੱਚੇ ਨੂੰ ਸਭ ਤੋਂ ਪਹਿਲਾਂ ਧਾਰਨ ਕਰਵਾਇਆ ਜਾਂਦਾ ਸੀ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੰਗਾਂ ਨੂੰ ਲੱਗਾ ਹੋਇਆ ਜਾਣ ਕਰਕੇ, ਉਸ ਨੂੰ ਪਵਿੱਤਰ ਜਾਣ ਕਰਕੇ ਕੋਈ ਵੀ ਵਸਤਰ ਧਾਰਨ ਕਰਵਾਉਣਾ ਤਾਂ ਅਰਦਾਸ ਕਰਨੀ ਮਹਾਰਾਜ ਦੇ ਚਰਨਾਂ ਵਿੱਚ, ਤੇ ਗੁਰੂ ਸਾਹਿਬ ਜੀ ਦਾ ਛੋਹਿਆ ਹੋਇਆ ਵਸਤਰ ਜਿਹੜਾ ਹੈ ਉਹੀ ਬੱਚੇ ਨੂੰ ਸਭ ਤੋਂ ਪਹਿਲਾਂ ਧਾਰਨ ਕਰਵਾਉਣਾ। ਬੁਲਾਵੇ ਬਾਲਕ ਤੁਸ਼ਟ ਪੁਸ਼ਟ ਦਸਵੀਂ ਕਰ ਅਰਦਾਸ। ਦਸਵੀਂ ਇਹ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਬੱਚਾ ਰਿਸ਼ਟ ਪਿਸ਼ਟ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਰੋਗਾਂ ਨੂੰ ਆਪ ਕਿਰਪਾ ਕਰਕੇ ਨਿਵਰਤ ਰੱਖਿਓ ਜੀ। ਤੀਨ ਗਰਭ ਪਰ ਸੂਤ ਕੀ ਦਰਸ਼ਨ ਗੁਰ ਕਰ ਗਾਸ। ਫਿਰ ਮਹਾਰਾਜ ਇਹ ਕਵੀ ਰਾਜ ਕਹਿੰਦੇ ਹਨ, ਇਸ ਪ੍ਰਕਾਰ ਬੱਚੇ ਦੇ ਜਨਮ ਤੋਂ ਲੈ ਕਰਕੇ ਪਹਿਲਾਂ ਅਸੀਂ 3 ਅਰਦਾਸਾਂ ਮੁੱਖ ਕਹੀਆਂ ਹਨ। ਹੁਣ ਕਹਿੰਦੇ ਅੱਗੇ ਜਿਹੜੀ 11ਵੀਂ ਅਰਦਾਸ ਕਹਿੰਦੇ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕਰਕੇ ਆਉਣਾ। ਗਰੀਬ ਨਵਾਜ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਜਦੋਂ ਆਉਣਾ ਤਾਂ ਵੀ ਅਰਦਾਸ ਕਰਕੇ ਚੱਲਣਾ। ਬੈਠਣ ਮੈਂ ਪ੍ਰਸਾਦ ਮੈਂ ਪਹਿਰਨ ਮੈਂ ਹੋਏ ਰੋਗ। ਤੇ ਇਸ ਪ੍ਰਕਾਰ ਜਦੋਂ ਬੱਚਾ ਬੈਠਣ ਲੱਗ ਪਵੇ, ਸੋਹਣੇ ਵਸਤਰ ਪਹਿਨਣ ਲੱਗ ਪਵੇ, ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਸਮੇਂ ਵੀ ਅਰਦਾਸ ਕਰੇ ਉਹਦੀ ਚੜ੍ਹਦੀ ਕਲਾ ਵਾਸਤੇ, ਉਹਦੀ ਸੁੱਖ ਵਾਸਤੇ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲਵੇ। ਖੇਲਣ ਮੈਂ ਜੀਵ ਮੇਲ ਕਰ ਸਥਿਰ ਮੈਂ ਕਹੋ ਅਰੋਗ। ਇਸ ਪ੍ਰਕਾਰ ਖੇਲਣ ਦੇ ਵਿੱਚ ਬੱਚਿਆਂ ਨਾਲ ਮਿਲ ਕਰਕੇ ਅਤੇ ਸੌਣ ਲੱਗਿਆਂ ਉਸ ਦਾ ਜਿਹੜਾ ਹੈ ਇਸ ਪ੍ਰਕਾਰ ਜੀਵ ਆਤਮਾ ਅਰੋਗ ਰਹੇ। ਭਾਵ ਸੁੱਤੇ ਪਿਆਂ ਵੀ ਉਸ ਦੀ ਬਿਰਤੀ ਜਿਹੜੀ ਆ ਗਲਤ ਫੁਰਨਿਆਂ ਵਿੱਚ ਨਾ ਜਾਵੇ। ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ। ਪੜ੍ਹਤੇ ਰਸਨਾ ਚੇਤ ਗੁਰ ਪੌਲ ਗੁਰ ਕਰ ਮੇਲ। ਫਿਰ ਜਦੋਂ ਪੜ੍ਹਾਈ ਪੜ੍ਹਾਉਣ ਲੱਗਣੀ ਹੈ ਗੁਰਮਤਿ ਵਿਦਿਆ ਜਾਂ ਦੁਨਿਆਵੀ ਵਿਦਿਆ, ਸਭ ਤੋਂ ਪਹਿਲਾ ਅੱਖਰ ਪੜ੍ਹਨ ਲੱਗਿਆਂ ਵਾਹਿਗੁਰੂ ਸ਼ਬਦ ਕਹਿਣਾ। ਜਿਵੇਂ ਮਹਾਰਾਜ ਜੀ ਨੇ ਪਿੱਛੇ ਅਰਦਾਸ ਆਈ ਸੀ ਜਦੋਂ ਆਰੰਭ ਦੇ ਵਿੱਚ ਕਿ ਬੱਚੇ ਦਾ ਜਨਮ ਹੋਵੇ ਤਾਂ ਗੁਰ ਪੂਜ। ਗੁਰ ਪੂਜ ਤੋਂ ਭਾਵ ਅਰਥ ਹੈ ਕਿ ਬੱਚੇ ਦੇ ਜਨਮ ਹੁੰਦਿਆਂ ਸਾਰ ਹੀ ਉਸ ਦੇ ਕੰਨਾਂ ਵਿੱਚ ਵਾਹਿਗੁਰੂ ਮੰਤਰ ਦੀ ਜਾਂ ਮੂਲ ਮੰਤਰ ਦੀ ਆਵਾਜ਼ ਜਿਹੜੀ ਆ ਉਹ ਪਾਉਣੀ। 5 ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ ਤੇ 5 ਵਾਰ ਮੂਲ ਮੰਤਰ ਦਾ ਪਾਠ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਕਰਨਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਪਹਿਲਾ ਅੱਖਰ ਬੱਚਾ ਪੜ੍ਹਨ ਲੱਗੇ, ਭਾਵ ਉਸ ਨੂੰ ਪੜ੍ਹਨ ਵਾਸਤੇ ਭੇਜਣਾ ਹੈ ਜਾਂ ਆਪ ਪੜ੍ਹਾਉਣ ਲੱਗੋ, ਤਾਂ ਗੁਰੂ ਸਾਹਿਬ ਕਹਿੰਦੇ ਉਸ ਸਮੇਂ ਵੀ ਭਾਈ ਅਰਦਾਸ ਕਰੋ। ਅਰਦਾਸ ਕਰੋਗੇ ਤਾਂ ਫਿਰ ਵਿਦਿਆ ਦੇ ਸੰਪੂਰਨ ਹੋਣ ਦੀ ਗੁਰੂ ਸਾਹਿਬ ਜੀ ਸ਼ਕਤੀ ਦਿੰਦੇ ਆ, ਕਿਰਪਾ ਕਰਦੇ ਆ ਗੁਰੂ ਸਾਹਿਬ ਜੀ ਕਿ ਵਿਦਿਆ ਹਿਰਦੇ ਦੇ ਅੰਦਰ ਆਪਣੇ ਆਪ ਹੀ ਥੋੜੀ ਜਿੰਨੀ ਮਿਹਨਤ ਤੋਂ ਹੀ ਵਧੇਕ ਸੰਪੂਰਨ ਹੁੰਦੀ ਹੈ। ਬਈ ਚਤੁਰਦਸ ਪ੍ਰਥਮ ਕੀ ਕਰ ਅਰਦਾਸ ਸੁਹੇਲ। ਤੋ ਇਸ ਪ੍ਰਕਾਰ ਕਵੀ ਰਾਜ ਕਹਿੰਦੇ ਨੇ ਇਹ ਪਹਿਲੀਆਂ 14 ਅਰਦਾਸਾਂ ਹੋਈਆਂ ਹਨ, ਜੋ ਪ੍ਰਥਮ ਭਾਵ ਪਹਿਲੀਆਂ ਅਸੀਂ ਮੁੱਢਲੀਆਂ 14 ਅਰਦਾਸਾਂ ਕਹੀਆਂ ਨੇ, ਜੋ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਿਸੰਬਰ ਦਾਸ ਦੇ ਤਾਈਂ ਦਸੀਆਂ ਹਨ। 15ਵੀਂ ਸ਼ਾਸਤਰ ਧਾਰ ਸੇਲ ਬਾਜੀ ਪੀਠ ਸਿੰਘ ਅਚਲ ਮੇਲ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ 15ਵੀਂ ਅਰਦਾਸ ਕਿ ਬੱਚਾ ਜਿਹੜਾ ਹੈ ਇਸ ਪ੍ਰਕਾਰ ਜਿਸ ਸਮੇਂ ਸ਼ਾਸਤਰ ਦੀ ਵਿਦਿਆ ਸਿੱਖਣ ਲੱਗੇ ਉਦੋਂ ਵੀ ਅਰਦਾਸ ਕਰੇ। ਫਿਰ ਇਸ ਪ੍ਰਕਾਰ ਕਿਸੇ ਅਸਵਾਰੀ ਤੇ ਅਸਵਾਰੀ ਕਰਨੀ ਸਿੱਖਣ ਲੱਗੇ ਤਾਂ ਉਦੋਂ ਵੀ ਅਰਦਾਸ ਕਰੇ। ਮਹਾਰਾਜ ਜੀ ਨੇ ਘੋੜੇ ਦਾ ਜ਼ਿਕਰ ਕੀਤਾ ਹੈ, ਘੋੜੇ ਦੀ ਪੀਠ ਮੇਲ ਭਾਵ ਘੋੜੇ ਦੀ ਅਸਵਾਰੀ ਕਰੇ ਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਉਸ ਸਮੇਂ ਵੀ। ਜੋ ਇਸ ਪ੍ਰਕਾਰ ਕੋਈ ਮੋਟਰ ਕਾਰ ਤੇ ਅਸਵਾਰੀ ਕਰੇ ਤਾਂ ਵੀ ਉਸ ਸਮੇਂ ਅਰਦਾਸ ਕਰਨੀ। 16ਵੀਂ ਮਿਰਗ ਦੁਸ਼ਟ ਮੇਲ ਹੋਏ ਸ਼ਾਸਤਰ ਪੇਲ। ਇਸ ਪ੍ਰਕਾਰ ਸ਼ਾਸਤਰਾਂ ਦਾ ਫਿਰ ਧਨੀ ਹੋਣ ਵਾਸਤੇ ਗੁਰੂ ਸਾਹਿਬ ਦੇ ਕੋਲੋਂ ਮੰਗਣਾ, ਮਹਾਰਾਜ ਮੇਰੇ ਪੁੱਤਰ ਨੇ ਸ਼ਾਸਤਰ ਵਿਦਿਆ ਤਾਂ ਸਿੱਖੀ ਹੈ,
ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਕਿਤੇ ਦੁਸ਼ਟ ਦਾ ਜ਼ਾਲਮ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਦੋਂ ਇਹਦਾ ਮਨ ਨਾ ਡਰੇ, ਜਾਂ ਇਸ ਪ੍ਰਕਾਰ ਕੋਈ ਤਾਮਸੀ ਜੂਨ ਸ਼ੇਰ ਆਦਿ ਦੇ ਸਾਹਮਣੇ ਆ ਜਾਵੇ ਤਾਂ ਸ਼ਸਤਰ ਚਲਾਉਣ ਲੱਗਿਆਂ ਇਹਦੇ ਮਨ ਵਿੱਚ ਭੈ ਨਾ ਆਵੇ। 17ਵੀਂ ਤਾ ਪ੍ਰਸਾਦ ਦੁਖ ਦੂਰ ਸੁਖ ਆਦ। ਫਿਰ 17ਵੀਂ ਅਰਦਾਸ ਇਹ ਹੈ ਕਿ ਵਾਹਿਗੁਰੂ ਜੀ ਦਾ ਸਦਾ ਹੀ ਸ਼ੁਕਰਾਨਾ ਕਰਦੇ ਰਹਿਣਾ, ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਸੁਖ ਅਤੇ ਇਸ ਪ੍ਰਕਾਰ ਸੰਸਾਰ ਦੇ ਪਦਾਰਥ ਆਦਿਕ ਜਿਹੜੇ ਬਖਸ਼ੇ ਹੋਏ ਹਨ ਸਾਰੇ ਹੀ ਸੁਖ ਤੁਹਾਡੀ ਕਿਰਪਾ ਦੁਆਰਾ ਹਨ। 18ਵੀਂ ਆਗਿਆ ਕਾ ਸੰਜੋਗ ਵਧੇ ਕਾਇਆ ਘਟੇ ਰੋਗ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਇਸ ਪ੍ਰਕਾਰ 18ਵੀਂ ਅਰਦਾਸ ਹੈ, ਇਹ ਅਰਦਾਸ ਕਰਨੀ ਮਹਾਰਾਜ ਕਾਇਆ ਜਿਹੜੀ ਹੈ ਸਰੀਰ ਜਿਹੜਾ ਇਹ ਨਿਰੋਆ ਰਹੇ ਤੇ ਇਸ ਪ੍ਰਕਾਰ ਮਹਾਰਾਜ ਸੁੱਖਾਂ ਦਾ ਸੰਜੋਗ ਹੋਇਆ ਰਹੇ ਤੇ ਜਿਹੜੇ ਦੁੱਖ ਰੋਗ ਹਨ ਉਹ ਸਦਾ ਹੀ ਘਟਦੇ ਰਹਿਣ। ਪਰ ਰਬਦ ਅਨੁਸਾਰ ਕਈ ਦੁੱਖ ਐਸੇ ਆ ਜਿਹੜਾ ਖਹਿੜਾ ਨਹੀਂ ਛੱਡਦੇ, ਪਰ ਸਤਿਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦੇ ਨਾਲ ਐਸੇ ਦੁੱਖ ਵੀ ਖਹਿੜਾ ਛੱਡ ਜਾਂਦੇ ਹਨ। 19ਵੀਂ ਮਿਲੇ ਮਹੰਤ ਸਤ ਗੁਰ ਮਹੰਤ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਕਿ ਜਦੋਂ ਕਿਸੇ ਮੁਸ਼ਕਲ ਦੇ ਵਿੱਚ ਫਸ ਜਾਵੇ, 19ਵੀਂ ਸੀ ਅਰਦਾਸ ਹੈ, 19ਵੀਂ ਅਰਦਾਸ, ਜਦੋਂ ਕਿਸੇ ਮੁਸ਼ਕਲ ਦੇ ਵਿੱਚ ਫਸ ਜਾਵੇ, ਜਦੋਂ ਕੋਈ ਕੰਮ ਸਾਹਮਣੇ ਹੁੰਦਾ ਨਾ ਦਿਸੇ ਤਾਂ ਮਹਾਰਾਜ ਕਹਿੰਦੇ ਉਦੋਂ ਇਹ ਅਰਦਾਸ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਤੁਹਾਡੀ ਸਲਾਹ ਪਤਾ ਲੱਗੇ, ਤੁਹਾਡਾ ਜਿਹੜਾ ਮਸ਼ਵਰਾ ਹੈ, ਤੁਸੀਂ ਮੈਨੂੰ ਕੀ ਉਪਦੇਸ਼ ਦਿੰਦੇ ਹੋ ਇਸ ਕਾਰਜ ਦੇ ਸੰਬੰਧ ਵਿੱਚ ਮਹਾਰਾਜ, ਉਹ ਮੈਨੂੰ ਪਤਾ ਲੱਗੇ। ਤਾਂ ਸਤ ਸੰਗਤ ਜੀ ਜਦੋਂ ਅਰਦਾਸ ਕਰੀਏ ਤੇ ਸ੍ਰੀ ਮੁਖਵਾਕ ਦੁਆਰਾ ਸਾਨੂੰ ਫਿਰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਉਸ ਕਾਰਜ ਦੀ ਬਾਬਤ ਕੀ ਉਪਦੇਸ਼ ਦਿੰਦੇ ਹਨ। ਇਹ 19ਵੀਂ ਅਰਦਾਸ ਕਰੇ ਜਦੋਂ ਕਿਸੇ ਬਹੁਤ ਘੋਰ ਮੁਸ਼ਕਲ ਦੇ ਵਿੱਚ ਫਸਿਆ ਹੋਵੇ, ਕੰਮ ਹੁੰਦਾ ਦਿਖਾਈ ਨਾ ਦੇਵੇ, ਤਾਂ ਮਹਾਰਾਜ ਕਹਿੰਦੇ ਉਸ ਸਮੇਂ ਗੁਰੂ ਦਾ ਆਸਰਾ ਲਵੇ, ਅਰਦਾਸ ਕਰੇ ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਸਮੇਂ ਗੁਰੂ ਸਾਹਿਬ ਦੀ ਸ਼ਕਤੀ ਰਮਦੀ ਹੋਈ ਦਿਖਾਈ ਦਿੰਦੀ ਹੈ। ਮੁਸ਼ਕਲ ਤੋਂ ਮੁਸ਼ਕਲ ਕਾਰਜ ਵੀ ਜਿਹੜਾ ਹੱਲ ਹੋ ਜਾਂਦਾ ਹੈ, ਜਿਹੜਾ ਕੰਮ ਨਾ ਮੁਮਕਿਨ ਹੁੰਦਾ ਹੈ ਅਰਦਾਸ ਦੇ ਨਾਲ ਉਹ ਵੀ ਮੁਮਕਿਨ ਹੋ ਜਾਂਦਾ ਹੈ। 20ਵੀਂ ਹੋਏ ਕਾਜ ਪੂਰ ਸਤ ਗੁਰ ਹਜੂਰ। ਫਿਰ ਸਤਿਗੁਰੂ ਨੂੰ ਹਜ਼ੂਰ ਜਾਣੇ ਤਾਂ ਕਾਰਜ ਪੂਰਾ ਹੁੰਦਾ ਹੈ। ਜੇ ਸਤਿਗੁਰੂ ਨੂੰ ਆਪਣੇ ਅੰਗ ਸੰਗ ਨਾ ਜਾਣੇ, ਮਹਾਰਾਜ ਕਹਿੰਦੇ ਫਿਰ ਕਾਰਜ ਦੇ ਪੂਰੇ ਹੋਣ ਦੀ ਆਸ ਨਾ ਰੱਖੇ। ਗੁਰੂ ਸਾਹਿਬ ਨੂੰ ਆਪਣੇ ਅੰਗ ਸੰਗ ਸਮਝੇ ਕਿ ਹਰ ਸਮੇਂ ਮੈਂ ਗੁਰੂ ਸਾਹਿਬ ਦੇ ਹਜ਼ੂਰ ਰਹਿਣਾ, ਤੇ ਮਹਾਰਾਜ ਕਹਿੰਦੇ ਉਸ ਸਮੇਂ ਫਿਰ ਕਾਰਜ ਪੂਰਾ ਹੋਵੇਗਾ। ਇਹ 20ਵੀਂ ਅਰਦਾਸ ਇਸ ਤਰ੍ਹਾਂ ਮਹਾਰਾਜ ਕਹਿੰਦੇ ਅਰਦਾਸ ਕਰੇ ਕਿ ਹਰ ਸਮੇਂ ਗੁਰੂ ਸਾਹਿਬ ਨੂੰ ਆਪਣੇ ਕੋਲ ਜਾਣੇ ਕਿ ਗੁਰੂ ਸਾਹਿਬ ਜੀ ਹਰ ਸਮੇਂ ਮੇਰੇ ਨਾਲ ਹਨ। 21ਵੀਂ ਗੁਰ ਮੇਲੀ ਦਾਸੀ ਪਾਈਏ ਸੁਖ ਪ੍ਰਗਾਸੀ। ਇਸ ਪ੍ਰਕਾਰ ਫਿਰ ਸਤਿਗੁਰੂ ਜੀ ਕਹਿੰਦੇ ਹੈ ਕਿ ਅਰਦਾਸ ਕਰੇ ਜਦੋਂ ਆਪਣੇ ਪੁੱਤਰ ਵਾਸਤੇ ਜਾਂ ਆਪਣੀ ਪੁੱਤਰੀ ਵਾਸਤੇ ਵਰ ਲੱਭਣਾ ਹੋਵੇ ਤਾਂ ਮਹਾਰਾਜ ਸੁੱਖਾਂ ਦੀ ਰਾਸ ਹੋਵੇ, ਜਿਹੜਾ ਇਸ ਪ੍ਰਕਾਰ ਮੇਰੇ ਪੁੱਤਰ ਦੇ ਨਾਲ ਜਿਸ ਦਾ ਸੰਜੋਗ ਹੋਵੇ ਜਾਂ ਮੇਰੀ ਧੀ ਨਾਲ ਜਿਸ ਦਾ ਸੰਜੋਗ ਹੋਵੇ, ਮਹਾਰਾਜ ਉਹ ਸੁੱਖਾਂ ਦੀ ਰਾਸ ਹੋਵੇ। ਜਿੱਥੇ ਮਹਾਰਾਜ ਸਾਹਿਬ ਜੀ ਸਾਡੇ ਇਸ ਪ੍ਰਕਾਰ ਨਾਤੇ ਨਿਭਣੇ ਨਹੀਂ, ਮਹਾਰਾਜ ਉੱਥੇ ਨਾਤਾ ਨਾ ਜੋੜਿਓ। ਇਸ ਪ੍ਰਕਾਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ। 22ਵੀਂ ਰਾਖਾ ਮੇਰਾ ਸਿਦਕ ਪੂਰੀ ਗੁਰ ਭਗਤ। ਫਿਰ ਇਹ ਅਰਦਾਸ ਕਰੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਸਿਦਕ ਦੀ ਰਾਖੀ ਕਰਿਓ, ਕਦੇ ਮੇਰਾ ਸਿਦਕ ਨਾ ਡੋਲੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਤੋਂ ਮੇਰਾ ਜੇ ਸਿਦਕ ਡੋਲ ਗਿਆ ਤਾਂ ਫਿਰ ਸੰਸਾਰ ਵਿੱਚ ਕੁਝ ਨਹੀਂ। ਇਉਂ ਸਿੱਖ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਜੇ ਮੇਰੇ ਅੰਦਰ ਗੁਰੂ ਸਾਹਿਬ ਦਾ ਪਿਆਰ ਹੈ ਤਾਂ ਫਿਰ ਤਾਂ ਸਭ ਕੁਝ ਹੀ ਹੈ, ਤੇ ਜੇ ਗੁਰੂ ਸਾਹਿਬ ਦਾ ਪਿਆਰ ਨਹੀਂ, ਕਿੰਨੇ ਸੰਸਾਰ ਦੇ ਸੁੱਖ ਤੇ ਪਦਾਰਥ ਹੋਣ ਉਹਨਾਂ ਨੂੰ ਨਾਸ਼ਵੰਤ ਜਾਣੇ, ਉਹਨਾਂ ਨੂੰ ਆਪਣੇ ਸਾਹਮਣੇ ਜ਼ਹਿਰ ਦੀ ਤਰ੍ਹਾਂ ਸਮਝੇ ਜੇ ਗੁਰੂ ਸਾਹਿਬ ਦੇ ਉੱਤੇ ਸਿਦਕ ਨਹੀਂ ਹੈ। ਦੁਬਾਰਾ ਪੜ੍ਹ ਦਿਓ। ਰਾਖਾ ਮੇਰਾ ਸਿਦਕ ਪੂਰੀ ਗੁਰ ਭਗਤ। ਫਿਰ ਇਹ ਅਰਦਾਸ ਕਰੇ ਮਹਾਰਾਜ ਆਪ ਜੀ ਕਿਰਪਾ ਕਰਿਓ ਮੇਰਾ ਮਨ ਭਗਤੀ ਦੇ ਸਹਿਤ ਪੂਰਿਆ ਰਹੇ, ਕਦੇ ਮੇਰੇ ਮਨ ਅੰਦਰੋਂ ਭਗਤੀ ਨਾ ਘਟੇ, ਆਪ ਜੀ ਦੇ ਚਰਨਾਂ ਦਾ ਪਿਆਰ ਨਾ ਘਟੇ। ਇਹ ਅਰਦਾਸ ਕਰੇ। 23ਵੀਂ ਚੋਰੀ ਕਾ ਧੰਦਾ ਗੁਰੂ ਰਾਖੇ ਘਰ ਧੰਦਾ। ਫਿਰ ਇਸ ਪ੍ਰਕਾਰ ਇਹ ਜਿਹੜੀ ਹੈ 23ਵੀਂ ਅਰਦਾਸ ਕਰੇ ਸੱਚੇ ਪਾਤਸ਼ਾਹ ਮਹਾਰਾਜ ਜੀ, ਜੇ ਕੋਈ ਸੰਸਾਰ ਵਿੱਚ ਮਾਇਆ ਘਟ ਗਈ ਹੈ ਨਾ ਤੇ ਕਦਾਚਿਤ ਵੀ ਚੋਰੀ ਦੇ ਧੰਦੇ ਦੀ ਆਈ ਹੋਈ ਮਾਇਆ ਨੂੰ ਮਹਾਰਾਜ ਮੈਂ ਕਬੂਲ ਨਾ ਕਰਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਘਰ ਦੇ ਵਿੱਚ ਜੋ ਕੁਝ ਵੀ ਹੈ ਇਹਦੇ ਵਿੱਚ ਹੀ ਸਬਰ ਤੇ ਸੰਤੋਖ ਰੱਖਾਂ। ਜੇ ਐਸਾ ਹੋ ਜਾਵੇ ਤਾਂ ਮਹਾਰਾਜ ਕਹਿੰਦੇ ਅਰਦਾਸ ਕਰੇ ਗੁਰੂ ਚਰਨਾਂ ਵਿੱਚ ਹੀ,
ਤੇ ਕਦੇ ਵੀ ਚੋਰੀ ਆਦਿਕ ਦਾ ਵਲ ਫਰੇਬ ਦਾ ਇਕੱਠਾ ਕੀਤਾ ਹੋਇਆ ਪੈਸਾ ਉਸ ਨੂੰ ਗ੍ਰਹਿਣ ਨਾ ਕਰੇ, ਉਸ ਨੂੰ ਆਪਣੇ ਘਰ ਵਿੱਚ ਵਰਤੇ ਨਾ, ਕਿਉਂਕਿ ਮਾਇਆ ਜਿਸ ਤਰੀਕੇ ਦੀ ਰੋਜੀ ਨਾਲ ਕਮਾ ਕਰਕੇ ਘਰ ਵਿੱਚ ਆ ਰਹੀ ਹੁੰਦੀ ਹੈ, ਜੀਵਾਂ ਦੇ ਉੱਤੇ ਉਹੋ ਜਿਹਾ ਹੀ ਪ੍ਰਭਾਵ ਪੈਂਦਾ ਹੈ, ਉਹੋ ਜਿਹਾ ਹੀ ਅਸਰ ਪੈਂਦਾ। ਜੇ ਤੁਸੀਂ ਕਿਸੇ ਦਾ ਧਨ ਚੁਰਾ ਕੇ ਆਪਣੇ ਘਰੇ ਲਿਆਓਗੇ ਤਾਂ ਉਹ ਬੱਚਿਆਂ ਦਾ ਖਾਧਾ ਹੋਇਆ ਭੋਜਨ ਉਹਨਾਂ ਅੰਦਰ ਕੋਈ ਚੰਗਾ ਅਸਰ ਨਹੀਂ ਕਰੇਗਾ। ਇਸ ਪ੍ਰਕਾਰ ਉਹਨਾਂ ਦੇ ਅੰਦਰ ਵੀ ਫਿਰ ਇਹ ਖਿਆਲਾਤ ਪ੍ਰਗਟ ਹੋਣਗੇ ਕਿ ਚੋਰੀ ਕਰਨੀ ਚਾਹੀਦੀ ਹੈ, ਚੋਰੀ ਕਰ ਲੈਣੀ ਚੰਗੀ ਗੱਲ ਹੈ। ਇਹ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੇ ਅੰਦਰ ਐਸੀ ਸਾਖੀ ਆਉਂਦੀ ਹੈ ਕਿ ਮਹਾਂਪੁਰਸ਼ ਸਨ ਬਾਬਾ ਫਰੀਦ ਸਾਹਿਬ ਜੀ, ਪਰ ਐਸਾ ਸੰਜੋਗ ਹੋਇਆ ਕਿ ਖਾਣ ਕਰਕੇ ਮਨ ਵਿੱਚ ਸੰਕਲਪ ਆ ਗਿਆ ਕਿ ਚੋਰੀ ਕਰਨੀ ਵੀ ਚੰਗੀ ਹੁੰਦੀ ਹੋਵੇਗੀ। ਪਰ ਸਤ ਸੰਗਤ ਜੀ ਐਸੀ ਹਾਲਤ ਹੋਈ, ਬਾਬਾ ਫਰੀਦ ਸਾਹਿਬ ਜੀ ਚੋਰਾਂ ਦੇ ਨਾਲ ਰਲ ਕਰਕੇ ਜਦੋਂ ਚੋਰੀ ਕਰਨ ਲੱਗੇ ਤਾਂ ਚੋਰਾਂ ਨੇ ਬੋਰੀਆਂ ਉਠਾ ਲਈਆਂ। ਬਾਬਾ ਫਰੀਦ ਸਾਹਿਬ ਨੇ ਵੀ ਬੋਰੀ ਉਠਾ ਲਈ। ਚੋਰ ਤਾਂ ਇਸ ਸਮੇਂ ਬੋਰੀਆਂ ਲੈ ਕਰਕੇ ਜਦੋਂ ਤੁਰਨ ਲੱਗੇ ਤਾਂ ਹੱਸਣ ਦੀ ਆਵਾਜ਼ ਆਈ। ਉਸ ਸਮੇਂ ਚੋਰ ਤਾਂ ਬੋਰੀਆਂ ਸੱਟ ਕੇ ਉੱਥੇ ਹੀ ਭੱਜ ਗਏ। ਬਾਬਾ ਫਰੀਦ ਸਾਹਿਬ ਜੀ ਖਲੋਤੇ ਰਹੇ, ਵੇਖਦੇ ਆ ਕਿ ਹੱਸਣ ਦੀ ਆਵਾਜ਼ ਕਿੱਥੋਂ ਆਉਂਦੀ ਹੈ। ਇੱਕ ਮਰਿਆ ਹੋਇਆ ਕਰੰਗ ਪਿਆ ਸੀ ਬਲਦ ਦਾ ਲਾਗੇ, ਉਹਦੇ ਵਿੱਚੋਂ ਹੱਸਣ ਦੀ ਆਵਾਜ਼ ਆਵੇ। ਜਦੋਂ ਸਾਧ ਸੰਗਤ ਜੀ ਭਾਗ ਜਾਗਦੇ ਉਦੋਂ ਫਿਰ ਕੰਧਾਂ ਵੀ ਉਪਦੇਸ਼ ਦੇ ਦਿੰਦੀ, ਉਦੋਂ ਜੀਵ ਨੂੰ ਸਮਝ ਪੈਣ ਲੱਗ ਪੈਂਦੀ। ਬਾਬਾ ਫਰੀਦ ਸਾਹਿਬ ਜੀ ਉਹਨੂੰ ਕਹਿੰਦੇ, ਭਈ ਤੂੰ ਹੱਸਦਾ ਕਿਉਂ ਆ? ਕਹਿੰਦਾ, ਲੈ ਜਾ ਭਾਈ, ਜੇ ਤੈਨੂੰ ਮੇਰੇ ਹੱਸਣ ਦਾ ਕਾਰਨ ਪਤਾ ਲੱਗਿਆ ਤੇ ਤੈਥੋਂ ਬੋਰੀ ਨਹੀਂ ਚੱਕੀ ਜਾਣੀ। ਬਾਬਾ ਫਰੀਦ ਸਾਹਿਬ ਕਹਿੰਦੇ, ਨਾ ਪਹਿਲੋਂ ਦੱਸ ਤੂੰ ਹੱਸਿਆ ਕਿਉਂ ਹੈ? ਉਸ ਬਲਦ ਨੇ ਦੱਸਿਆ, ਕਹਿੰਦਾ, ਜਿਸ ਕਿਸਾਨ ਦੇ ਬੋਹਲ ਤੋਂ ਤੁਸਾਂ ਬੋਰੀ ਚੱਕੀ ਹੈ ਇਹ ਬੜਾ ਧਰਮੀ ਹੈ। ਮੈਂ ਸ਼ਹਿਰੋਂ ਆ ਰਿਹਾ ਸਾਂ ਤਾਂ ਤੁਰੇ ਆਉਂਦੇ ਹੋਏ ਨੇ ਇਹਦੀ ਪੱਕੀ ਕਣਕ ਦਾ ਇੱਕ ਛਿੱਟਾ ਮਰੋੜ ਕੇ ਨਾ ਦਾਣੇ ਭੋਰ ਕੇ ਮੂੰਹ ਵਿੱਚ ਪਾ ਲਏ ਸਨ। 12 ਦਾਣੇ ਚੱਬਣ ਦਾ ਮੈਨੂੰ ਇਹ ਸਜ਼ਾ ਮਿਲੀ ਕਿ 12 ਸਾਲ ਇਹਦੀ ਖੇਤੀ ਵਿੱਚ ਬਲਦ ਬਣ ਕੇ ਵਗਿਆ ਹਾਂ। ਤਾਂ ਜਿਹੜਾ ਗੁੱਦਾ ਮਰੋੜ ਕੇ ਸੁੱਟਿਆ ਸੀ ਜਾਨ ਅਜੇ ਵੀ ਨਹੀਂ ਛੁੱਟਦੀ ਪਈ, ਕਰੰਗ ਬਣ ਕੇ ਇਸ ਦੇ ਬੋਹਲ ਦੀ ਰੱਖਿਆ ਕਰ ਰਿਹਾ। ਹੱਸਿਆ ਮੈਂ ਤਾਂ 12 ਦਾਣੇ ਖਾਧੇ ਸਨ ਤਾਂ ਮੇਰੀ ਇਹ ਹਾਲਤ ਹੋਈ ਹੈ, ਤੇ ਜਿਹੜੇ ਬੋਰੀਆਂ ਚੱਕੀ ਜਾਂਦੇ ਉਹਨਾਂ ਦੀ ਕੀ ਹਾਲਤ ਹੋਵੇਗੀ। ਬਾਬਾ ਫਰੀਦ ਸਾਹਿਬ ਜੀ ਦੇ ਉਸੇ ਸਮੇਂ ਮਨ ਵਿੱਚ ਬਰਾਗ ਆ ਗਿਆ, ਤਾਂ ਇੰਨੀ ਭਗਤੀ ਕੀਤੀ, ਇੰਨੀ ਇਬਾਦਤ ਕੀਤੀ ਕਿ ਅੱਲਾ ਨੂੰ ਆਪਣੇ ਅੰਦਰ ਸਾਖਿਆਤ ਕਰ ਲਿਆ। ਇਸ ਪ੍ਰਕਾਰ ਉਪਦੇਸ਼ ਮਿਲ ਜਾਂਦਾ ਹੈ। ਗੁਰੂ ਕਾ ਸਿੱਖ ਹੋਵੇ ਕਦੇ ਚੋਰੀ ਨਾ ਕਰੇ। ਮਨ ਅੰਦਰ ਕੋਈ ਇਹੋ ਜਿਹੇ ਖਿਆਲਾਤ ਆਉਣ ਤਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕਰੇ, ਥੋੜੀ ਛਕ ਲਵੇ, ਸਾਦਾ ਪਹਿਨ ਲਵੇ, ਪਰ ਕਦਾਚਿਤ ਵੀ ਬਦ ਫੈਲੀ ਦਾ ਭੋਜਨ ਤੇ ਬਦ ਫੈਲੀ ਦੇ ਕੱਪੜੇ ਜਿਹੜੇ ਆ ਵਲ ਛਲ ਨਾਲ ਇਕੱਠੀ ਕੀਤੀ ਹੋਈ ਮਾਇਆ ਦੇ ਉਹ ਨਾ ਧਾਰਨ ਕਰੇ। 24ਵੀਂ ਰਾਜਾ ਕਾ ਮਿਲਾਪ ਸਹਾਈ ਗੁਰ ਆਪ। ਫਿਰ ਮਹਾਰਾਜ ਕਹਿੰਦੇ ਆ 24ਵੀਂ ਅਰਦਾਸ ਇਹ ਹੈ ਕਿ ਜਦੋਂ ਕਿਸੇ ਇਸ ਪ੍ਰਕਾਰ ਇੱਥੇ ਸਤਿਗੁਰੂ ਨੇ ਰਾਜੇ ਦਾ ਮਿਲਾਪ ਕਿਹਾ ਹੈ, ਭਾਵ ਜਦੋਂ ਕਿਤੇ ਸਰਕਾਰੀ ਉੱਚ ਕਰਮਚਾਰੀ ਦੇ ਨਾਲ ਮਿਲਾਪ ਹੋਣਾ ਹੋਵੇ, ਕਿਸੇ ਅਮੀਰ ਵਜ਼ੀਰ ਨਾਲ ਮਿਲਣਾ ਹੋਵੇ, ਉਦੋਂ ਵੀ ਅਰਦਾਸ ਕਰਕੇ ਜਾਵੇ ਕਿ ਗੁਰੂ ਸਾਹਿਬ ਜੀ ਤੁਹਾਡਾ ਮੈਂ ਸਿੱਖ ਹਾਂ, ਮੈਨੂੰ ਸੰਸਾਰ ਵਿੱਚ ਲੋਕ ਸਿੱਖ ਦੇ ਨਾਮ ਨਾਲ ਜਾਣਦੇ ਆ। ਮਹਾਰਾਜ ਉੱਥੇ ਮੇਰਾ ਪ੍ਰਤਾਪ ਹੋਵੇ, ਉੱਥੇ ਮੇਰੀ ਸ਼ੋਭਾ ਹੋਵੇ, ਉੱਥੇ ਮੇਰੀ ਲਾਜ ਰੱਖਣੀ। ਇਸ ਪ੍ਰਕਾਰ ਕੋਈ ਸਰਕਾਰੀ ਵਿਹਾਰ ਤੇ ਕਿਸੇ ਰਾਜਨੀਤਿਕ ਨੂੰ ਮਿਲਣ ਵਾਸਤੇ ਜਾਵੇ ਤਾਂ ਵੀ ਅਰਦਾਸ ਕਰਕੇ ਤੁਰਨਾ ਕਰੇ, ਮਹਾਰਾਜ ਉੱਥੇ ਮੇਰਾ ਪ੍ਰਤਾਪ ਰੱਖਣਾ ਕਰਿਓ। 25ਵੀਂ ਸਤਿਗੁਰ ਪਾਵੈ ਮੇਘ ਦੁਰਭਿਖ ਬੇਮੁਖ ਗਹੀ ਨਾ ਮੇਖ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਦੁਰਭਿਖ ਭਾਵ ਕਾਲ ਪੈ ਜਾਵੇ ਤਾਂ ਉਸ ਸਮੇਂ ਮਨ ਦੇ ਅੰਦਰ ਕੋਈ ਹੋਰ ਜਿਹੜੇ ਆ ਲੋਕ ਉਹ ਜਿਹੜੇ ਆ ਬੜੇ ਪ੍ਰਕਾਰ ਦੇ ਕਰਮਕਾਂਡ ਕਰਨ ਲੱਗ ਪੈਂਦੇ ਆ। ਕੋਈ ਬੱਕਰਿਆਂ ਦੀਆਂ ਬਲੀਆਂ ਦੇਣ ਲੱਗ ਪੈਂਦਾ ਹੈ, ਕੋਈ ਮਾਂ ਆਦਿਕ ਜਿਹੜੇ ਆ ਪ੍ਰਣਾਲਿਆਂ ਥੱਲੇ ਦੱਬਣ ਲੱਗ ਪੈਂਦੇ ਆ। ਬਹੁਤ ਲੋਕ ਮਨਮਤਾਂ ਕਰਦੇ ਆ। ਮਹਾਰਾਜ ਕਹਿੰਦੇ ਇਸ ਪ੍ਰਕਾਰ ਦਾ ਵੀ ਸਮਾਂ ਆ ਜਾਵੇ ਕਿ ਕਾਲ ਪੈ ਜਾਵੇ, ਘਰ ਦੇ ਵਿੱਚ ਅੰਨ ਦਾਣਾ ਮੁੱਕ ਜਾਵੇ, ਉਸ ਸਮੇਂ ਵੀ ਮਨ ਦੇ ਅੰਦਰ ਸਬਰ ਤੇ ਸੰਤੋਖ ਰੱਖੇ ਤੇ ਅਰਦਾਸ ਕਰੇ ਕਿ ਸਤਿਗੁਰੂ ਹੀ ਮੇਘ ਪਾਉਣਗੇ, ਗੁਰੂ ਸਾਹਿਬ ਹੀ ਬੱਦਲ ਪਾਉਣਗੇ। ਮਹਾਰਾਜ ਕਹਿੰਦੇ ਐਸਾ ਸਮਾਂ ਬਣੇ ਉਹ ਸਿਦਕ ਤੇ ਸਬਰ ਵਿੱਚ ਲੰਘਾ ਦੇਵੇ, ਕਦੇ ਡੋਲੇ ਨਾ, ਕਿਉਂਕਿ ਪਰਖ ਦਾ ਸਮਾਂ ਆਉਂਦਾ ਹੈ। ਉਸ ਪਰਖ ਦੀ ਘੜੀ ਵਿੱਚ ਗੁਰੂ ਸਾਹਿਬ ਦਾ ਆਸਰਾ ਲਵੇ, ਪਰਖ ਦੀ ਘੜੀ ਵਿੱਚ ਅਰਦਾਸ ਕਰੇ, ਮਹਾਰਾਜ ਜੇ ਬੱਦਲ ਪਾਉਣਾ ਹੈ ਤਾਂ ਮਹਾਰਾਜ ਤੁਹਾਡੇ ਅੱਗੇ ਹੀ ਅਰਦਾਸ ਕਰਨੀ ਹੈ, ਮੇਰਾ ਹੋਰ ਕੋਈ ਨਹੀਂ। ਕਿਸੇ ਹੀ ਕੋਈ ਕੋਏ ਮੰਝ ਨਿਵਾਣੀ ਇੱਕ ਤੋਂ।
ਹੋਰ ਤਾਂ ਕਈਆਂ ਦੇ ਆਸਰੇ ਲੈਂਦੇ ਆ, ਕੋਈ ਧਾਗੇ ਤਵੀਤ ਕਰਾਉਂਦਾ ਹੈ, ਕੋਈ ਕਿਸੇ ਪ੍ਰਕਾਰ ਬਲੀਆਂ ਦਿੰਦੇ ਆ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ, ਉਸ ਕਾਲ ਦੇ ਦੁਖਦਾਈ ਸਮੇਂ ਨੂੰ ਵੀ ਗੁਰੂ ਸਾਹਿਬ ਹੀ ਦੂਰ ਕਰਦੇ ਹਨ। 26ਵੀਂ ਧਰਮ ਕਾ ਡੰਡ ਤਨਖੀ ਬਖਸ਼ਿਆ ਦੁਖ ਨ ਵਿਹੰਡ। ਫਿਰ ਇਸ ਪ੍ਰਕਾਰ ਸਾਧ ਸੰਗਤ ਜੀ ਧਰਮ ਦੇ ਡੰਡੇ ਨੂੰ ਸਦਾ ਹੀ ਜਿਹੜਾ ਮਜ਼ਬੂਤ ਜਾਣੇ, ਕਿਉਂਕਿ ਜਦੋਂ ਕੋਈ ਬਦ ਫੈਲੀ ਮਨ ਵਿੱਚ ਖਿਆਲ ਆਵੇ ਤਾਂ ਮਨ ਦੇ ਅੰਦਰ ਇਹ ਉਸ ਸਮੇਂ ਸੋਚੇ ਕਿ ਮੈਨੂੰ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕਰਕੇ ਜਦੋਂ ਦੱਸਣਾ ਪਿਆ ਤੇ ਮਨਾ ਉਦੋਂ ਕੀ ਕਰੇਗਾ। ਉਦੋਂ ਪੰਜਾਂ ਸਿੰਘਾਂ ਤੋਂ ਸਾਹਮਣੇ ਝੂਠ ਬੋਲਿਆ ਤਾਂ ਦਰਗਾਹ ਵਿੱਚ ਲੇਖਾ ਦੇਵੇਂਗਾ, ਜਮਾਂ ਦੀਆਂ ਮਾਰਾਂ ਸਹਾਰੇਗਾ ਤਾਂ ਮਹਾਰਾਜ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਨਹੀਂ ਸਹਾਰਿਆ ਜਾਂਦਾ, ਬੜਾ ਔਖਾ ਕਰਦਾ ਹੈ। ਹੁਣ ਤਾਂ ਸਮਝਦਾ ਹੈ ਕਿ ਕੀ ਗੱਲ ਹੈ, ਪਰ ਉਹ ਮਾਰ ਤੇਥੋਂ ਸਹਾਰੀ ਨਹੀਂ ਜਾਣੀ, ਤੇਥੋਂ ਸਹੀ ਨਹੀਂ ਜਾਣੀ। ਇਸ ਕਰਕੇ ਧਰਮ ਦੇ ਡੰਡੇ ਨੂੰ ਬੜਾ ਮਜ਼ਬੂਤ ਜਾਣੇ। ਤੇ ਫਿਰ ਮਹਾਰਾਜ ਕਹਿੰਦੇ ਜੇ ਕੋਈ ਗਲਤੀ ਭੁੱਲ ਹੋ ਜਾਵੇ ਤਾਂ ਗੁਰੂ ਸਾਹਿਬ ਜੀ ਦਾ ਰੂਪ ਜਾਣ ਕੇ ਪੰਜਾਂ ਸਿੰਘਾਂ ਤੋਂ ਬਖਸ਼ਾ ਲਵੇ, ਤਨਖਾਹ ਲਾ ਲਵੇ ਤੇ ਉਸ ਤਨਖਾਹ ਨੂੰ ਬੜੀ ਸ਼ਰਧਾ ਨਾਲ ਭਾਵਨਾ ਨਾਲ ਪੂਰਿਆਂ ਕਰੇ। ਤੇ ਮਹਾਰਾਜ ਕਹਿੰਦੇ ਭਾਈ ਉਸ ਨੂੰ ਫਿਰ ਪਹਿਲਾਂ ਵਾਲੀ ਹੀ ਜਿਹੜੀ ਆ ਉਹ ਅਵਸਥਾ ਪ੍ਰਾਪਤ ਹੁੰਦੀ ਹੈ, ਭਾਵ ਉਹ ਸਿੱਖਾਂ ਦੇ ਵਿੱਚ ਬਹਿਣ ਦੇ ਯੋਗ ਹੋ ਜਾਂਦਾ ਹੈ। ਧਰਮ ਦਾ ਡੰਡਾ ਆਪਣੇ ਸਿਰ ਦੇ ਉੱਤੇ ਸਦਾ ਸਮਝੇ ਕਿ ਮਨਾ ਜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਉਲਟ ਚੱਲਿਆ, ਗੁਰੂ ਸਾਹਿਬ ਜੀ ਦਾ ਦੱਸਿਆ ਹੋਇਆ ਬਚਨ ਨਾ ਕਮਾਇਆ ਤਾਂ ਫਿਰ ਵੇਖ ਲੈ ਧਰਮ ਦੀ ਵਾੜ ਨੂੰ ਲੰਘ ਗਇਓ ਤਾਂ ਤੇਰਾ ਕੋਈ ਵਾਲੀ ਵਾਰਸ ਨਹੀਂ ਹੋਵੇਗਾ। ਜਿਵੇਂ ਸਤ ਸੰਗਤ ਜੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਸੁਰੱਖਿਅਤ ਰਹਿੰਦਾ ਹੈ, ਬਾਹਰ ਉਸ ਨੂੰ ਬਿੱਲਿਆ ਆਦਿਕ ਖਾ ਜਾਂਦਾ ਹੈ। ਗੁਰੂ ਕੀ ਵਾੜ ਦੇ ਅੰਦਰ ਰਹੇ ਤਾਂ ਦੁੱਖਾਂ ਰੂਪੀ ਬਿੱਲੇ ਅੰਦਰ ਨਹੀਂ ਆਉਂਦੇ। ਸੱਚੇ ਪਾਤਸ਼ਾਹ ਦੀ ਮਰਿਆਦਾ ਦੇ ਬੰਨਣ ਵਿੱਚ ਰਹੇ ਤਾਂ ਗੁਰੂ ਸਾਹਿਬ ਜੀ ਰੱਖਿਆ ਕਰਦੇ ਐ। ਧਰਮ ਦੇ ਡੰਡੇ ਨੂੰ ਆਪਣੇ ਸਿਰ ਦੇ ਉੱਤੇ ਮਜ਼ਬੂਤ ਜਾਣੇ ਤੇ ਇਹ ਡਰ ਜਾਣ ਕਰਕੇ ਹੀ ਕਦੇ ਬਦਫੈਲੀ ਨਾ ਕਰੇ ਕਿ ਮੈਨੂੰ ਪੰਜਾਂ ਪਿਆਰਿਆਂ ਦੇ ਸਾਹਮਣੇ ਜਦੋਂ ਪੇਸ਼ ਹੋਣਾ ਪਿਆ ਉਦੋਂ ਮੈਂ ਸੰਗਤ ਦੇ ਸਾਹਮਣੇ ਪੰਜਾਂ ਸਿੰਘਾਂ ਦੇ ਸਾਹਮਣੇ ਕੀ ਦੱਸਾਂਗਾ। ਇਸ ਕਰਕੇ ਜੇ ਗਲਤੀ ਹੋਵੇ ਵੀ ਤੇ ਉਸ ਦੀ ਤਨਖਾਹ ਲਗਵਾ ਲਵੇ, ਸੇਵਾ ਕਰਕੇ ਉਸ ਤਨਖਾਹ ਨੂੰ ਪੂਰਿਆਂ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਰੇ। 27ਵੀਂ ਮਾਰਗ ਕਾ ਭੂਲ ਬਖਸ਼ਾ ਗੁਰੂ ਚਲੂਲ। ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਜਦੋਂ ਕਿਤੇ ਸਾਧ ਸੰਗਤ ਜੀ ਪਰਦੇਸ ਵੱਲ ਨੂੰ ਚੱਲਣਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਡੋਲ ਨਾ ਜਾਵਾਂ, ਕਿਤੇ ਮਹਾਰਾਜ ਮੈਂ ਭੁੱਲ ਨਾ ਜਾਵਾਂ, ਸੰਸਾਰ ਦੀ ਚਕਾ ਚੌਂਧ ਵੇਖ ਕੇ ਸਿੱਖੀ ਨਾਲੋਂ ਮੇਰਾ ਮਨ ਕਿਤੇ ਉਖੜ ਨਾ ਜਾਵੇ। ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਕਰਨੀ, ਪਿਆਰੇ ਸਤਿਗੁਰੂ ਜੀ ਤੁਹਾਡੇ ਤੋਂ ਵੱਧ ਮੈਨੂੰ ਕੋਈ ਵੀ ਪਿਆਰੀ ਚੀਜ਼ ਨਾ ਲੱਗੇ, ਤੁਹਾਡੇ ਤੋਂ ਵੱਧ ਮੈਨੂੰ ਕੋਈ ਵੀ ਚੀਜ਼ ਸੋਹਣੀ ਨਾ ਲੱਗੇ। ਮੈਂ ਪਰਦੇਸ ਵਿੱਚ ਚੱਲਿਆ ਹਾਂ ਮਹਾਰਾਜ, ਉੱਥੇ ਜਾ ਕੇ ਵੀ ਮੈਂ ਸਿੱਖੀ ਹੀ ਕਮਾਵਾਂ। ਮਹਾਰਾਜ ਜਿੱਥੇ ਵੀ ਰਹਾ ਤੋ ਸਾਨੂੰ ਆਪਣੇ ਅੰਗ ਸੰਗ ਹੀ ਜਾਣਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਅਰਦਾਸ ਕਰਨਾ ਕਰੇ। 28ਵੀਂ ਚੂਕ ਸਭ ਜਾਏ ਪਿਤਰਨ ਸੁਖ ਪਾਏ। ਫਿਰ ਮਹਾਰਾਜ ਕਹਿੰਦੇ ਆਪਣੀਆਂ ਗਲਤੀਆਂ ਦੀ ਮਾਫੀ ਤਾਂ ਮੰਗੇ ਹੀ, ਪਰ ਜੇ ਤੇ ਕਿਤੇ ਆਪਣੇ ਪਿਤਰਾਂ ਦੀ ਗਲਤੀ ਹੋਵੇ, ਆਪਣੇ ਬਜ਼ੁਰਗਾਂ ਦੇ ਕੋਲੋਂ ਕੋਈ ਗਲਤੀ ਹੋਵੇ ਤਾਂ ਅਥਵਾ ਨਹੀਂ ਵੀ ਗਲਤੀ ਤਾਂ ਵੀ ਬਜ਼ੁਰਗਾਂ ਦੀ ਕਲਿਆਣ ਹਿਤ ਉਹਨਾਂ ਵਾਸਤੇ ਅਰਦਾਸ ਜ਼ਰੂਰ ਕਰੇ। ਆਪਣੇ ਪਿਤਰਾਂ ਵਾਸਤੇ ਅਰਦਾਸ ਕਰੇ, ਆਪਣੇ ਬਜ਼ੁਰਗਾਂ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਵੇ, ਬਾਣੀ ਪੜ੍ਹੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੇ ਬਜ਼ੁਰਗਾਂ ਦਾ, ਆਪਣੇ ਪੁਰਖਿਆਂ ਦਾ ਭਲਾ ਕਰਨ ਵਾਸਤੇ ਉਹਨਾਂ ਦੇ ਵਾਸਤੇ ਵੀ ਅਰਦਾਸ ਕਰਨਾ ਕਰੇ। 29ਵੀਂ ਮਨ ਛੇਰ ਵਸ ਸਤ ਗੁਰ ਬਖਸ਼। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ 29ਵੀਂ ਅਰਦਾਸ ਕੀ ਹੈ? ਮਹਾਰਾਜ ਨੂੰ ਬੇਨਤੀ ਕਰੇ ਸੱਚੇ ਪਾਤਸ਼ਾਹ ਜਦੋਂ ਮਨ ਵਾਸ਼ਨਾਵਾਂ ਦੇ ਵਿੱਚ ਕਿਤੇ ਡੋਲਣ ਲੱਗੇ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ, ਮਹਾਰਾਜ ਮੈਨੂੰ ਤਾਕਤ ਦਿਓ, ਬਖਸ਼ਿਸ਼ ਕਰੋ। ਮਹਾਰਾਜ ਮੇਰਾ ਜਿਹੜਾ ਮਨ ਰੂਪੀ ਸ਼ੇਰ ਹੈ ਇਹ ਸਤਿਗੁਰੂ ਮੇਰੇ ਕਹਿਣੇ ਵਿੱਚ ਨਹੀਂ ਚੱਲ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਆਖੇ ਵਿੱਚ ਨਹੀਂ ਲੱਗਦਾ। ਉਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਕਦੇ ਮਨ ਕਰਕੇ ਡੋਲੇ ਨਾ। ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਮਨ ਦੀਆਂ ਵਾਸ਼ਨਾਵਾਂ ਨੂੰ ਭਟਕਾਵੇ ਨਾ। ਗੁਰੂ ਸਾਹਿਬ ਨੂੰ ਹਜ਼ੂਰ ਸਮਝੇਗਾ ਉਸੇ ਸਮੇਂ ਹੀ ਸ਼ੇਰ ਰੂਪੀ ਮਨ ਵਸ ਵਿੱਚ ਆ ਜਾਂਦਾ ਹੈ, ਉਸੇ ਸਮੇਂ ਹੀ ਮਨ ਵੱਧ ਫੈਲੀ ਕਰਨ ਤੋਂ ਰੁਕ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ 2 ਪੰਚ ਆਏ ਸਨ, ਭਾਵ ਸਰਪੰਚ। ਸਤਿਗੁਰੂ ਜੀ ਨੇ ਕਿਹਾ ਭਾਈ ਸਿੱਖੀ ਧਾਰਨ ਕਰੋ,
ਕਹਿੰਦੇ ਮਹਾਰਾਜ ਸਿੱਖੀ ਕੀ ਧਾਰਨ ਕਰੀਏ, ਤੁਸੀਂ ਕਹਿੰਦੇ ਹੋ ਝੂਠ ਨਹੀਂ ਬੋਲਣਾ, ਤੇ ਸਾਡਾ ਤਾਂ ਝੂਠ ਬੋਲੇ ਤੋਂ ਬਿਨਾਂ ਸਰਦਾ ਨਹੀਂ। ਕਿਸੇ ਨੂੰ ਮਹਾਰਾਜ ਅਸੀਂ ਸਰਕਾਰੇ ਦੁਆਰੇ ਫੜਵਾਉਣਾ ਹੁੰਦਾ, ਕਿਸੇ ਨੂੰ ਛਡਾਉਣਾ ਹੁੰਦਾ, 20 ਝੂਠ ਸਾਨੂੰ ਰੋਜ਼ ਬੋਲਣੇ ਪੈਂਦੇ, ਸਿੱਖੀ ਕਿਵੇਂ ਨਿਭੇਗੀ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕੁਝ ਸਮਾਂ ਚੁੱਪ ਰਹੇ। ਪੂਰਨ ਸਤਿਗੁਰੂ ਜੀ ਦੇ ਕਹੇ ਹੋਏ ਬਚਨ ਨੂੰ ਉਹਨਾਂ ਨੇ ਅੱਗੋਂ ਇਸ ਪ੍ਰਕਾਰ ਮੋੜਿਆ। ਸੰਸਾਰ ਦੇ ਕਈ ਲੋਕ ਇਸ ਪ੍ਰਕਾਰ ਹੀ ਕਹਿੰਦੇ ਆ, ਸਾਥੋਂ ਸਿੱਖੀ ਨਹੀਂ ਕਮਾਈ ਜਾਂਦੀ, ਅੰਮ੍ਰਿਤ ਨਹੀਂ ਛਕਿਆ ਜਾਂਦਾ, ਕਿਉਂਕਿ ਅਸੀਂ ਝੂਠ ਬੋਲਣਾ ਹੁੰਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਲਓ ਭਈ ਅਸੀਂ ਤੁਹਾਨੂੰ ਝੂਠ ਮਾਫ ਕਰਦੇ ਆ, ਤੁਸੀਂ ਸਿੱਖੀ ਧਾਰਨ ਕਰੋ। ਕਹਿਣ ਲੱਗੇ ਮਹਾਰਾਜ ਫਿਰ ਤਾਂ ਅਸੀਂ ਧਾਰਨ ਕਰ ਲੈਨੇ ਆ। ਮਹਾਰਾਜ ਕਹਿੰਦੇ ਇੱਕ ਸ਼ਰਤ ਹੈ ਨਾਲ, ਕਿ ਜਿਹੜਾ ਤੁਸੀਂ ਝੂਠ ਬੋਲੋਗੇ ਨਾ ਉਹ ਲਿਖ ਲਿਆ ਕਰਿਓ ਤੇ ਸਾਨੂੰ ਆ ਕੇ ਦੱਸਿਆ ਕਰੋ, ਉਹ ਝੂਠ ਅਸੀਂ ਮਾਫ ਕਰ ਦਿਆ ਕਰਾਂਗੇ। ਪਰ ਜਿਹੜਾ ਤੁਸੀਂ ਸਾਨੂੰ ਦੱਸਿਆ ਨਹੀਂ ਕਰੋਗੇ ਉਹ ਨਹੀਂ ਅਸੀਂ ਮਾਫ ਕਰਿਆ ਕਰਨਾ। ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਉਹਨਾਂ ਨੇ ਚਰਨ ਪੌਲ ਧਾਰਨ ਕੀਤੀ, ਸਿੱਖ ਬਣ ਗਏ ਸਤਿਗੁਰੂ ਦੇ, ਤੇ ਆਪਣੇ ਨਗਰਾਂ ਦੇ ਵਿੱਚ ਚਲੇ ਗਏ। ਜਦੋਂ ਕਿਤੇ ਝੂਠ ਬੋਲਣ ਵਾਲੀ ਗੱਲ ਆਉਂਦੀ ਸੀ ਸਾਹਮਣੇ ਤਾਂ ਡਰ ਜਾਂਦੇ ਸਨ ਕਿ ਲਿਖਾਂਗੇ ਕਿਵੇਂ, ਜੇ ਲਿਖਿਆ ਤਾਂ ਗੁਰੂ ਸਾਹਿਬ ਨੂੰ ਫਿਰ ਦੱਸਣਾ ਪਵੇਗਾ, ਉਹ ਦੱਸਾਂਗੇ ਕਿਵੇਂ ਕਿ ਇਹੋ ਜਿਹੇ ਨਖਿੱਧ ਹਾਂ, ਇਹੋ ਜਿਹੇ ਝੂਠ ਬੋਲਦੇ ਆ। ਜਦੋਂ ਉਹ ਇਸ ਪ੍ਰਕਾਰ ਅਗਲੀ ਵਾਰ ਮਹਾਰਾਜ ਦੇ ਕੋਲ ਦਰਸ਼ਨ ਕਰਨ ਆਏ ਤਾਂ ਮਹਾਰਾਜ ਕਹਿੰਦੇ, ਦਿਖਾਓ ਭਾਈ ਤੁਸੀਂ ਕਿੰਨਾ ਕੁ ਝੂਠ ਬੋਲਿਆ, ਕੀ ਲਿਖ ਕੇ ਲਿਆਏ ਹੋ। ਕਹਿੰਦੇ ਮਹਾਰਾਜ ਸਾਥੋਂ ਝੂਠ ਬੋਲਿਆ ਹੀ ਨਹੀਂ ਗਿਆ। ਸੱਚੇ ਪਾਤਸ਼ਾਹ ਡਰਦਾ ਸੀ ਮਨ ਕਿ ਜੇ ਝੂਠ ਬੋਲਿਆ ਤਾਂ ਲਿਖਣਾ ਪਵੇਗਾ, ਤੇ ਲਿਖਿਆ ਤਾਂ ਸੰਗਤ ਵਿੱਚ ਦੱਸਾਂਗੇ ਕਿਵੇਂ, ਜੇ ਉਸੇ ਦੱਸਿਆ ਗਿਆ ਤਾਂ ਕਿੰਨੀ ਨਮੋਸ਼ੀ ਹੋਵੇਗੀ। ਮਹਾਰਾਜ ਕਹਿੰਦੇ ਇੱਥੋਂ ਦੀ ਨਮੋਸ਼ੀ ਤੁਹਾਡੇ ਸਾਹਮਣੇ ਆ, ਤਾਂ ਕਰਕੇ ਤੁਸੀਂ ਝੂਠ ਨਹੀਂ ਨਾ ਬੋਲਿਆ। ਪਰ ਜਿਹੜੇ ਬੋਲਦੇ ਆ ਨਾ, ਜਦੋਂ ਉਸ ਸੱਚੇ ਦੀਵਾਨ ਦੇ ਅੰਦਰ ਉਹਨਾਂ ਕੋਲੋਂ ਪੁੱਛਿਆ ਜਾਵੇਗਾ, ਉੱਥੇ ਨਹੀਂ ਫਿਰ ਕੋਈ ਝੂਠ ਬੋਲ ਸਕਦਾ, ਉੱਥੇ ਕੋਈ ਆਪਣਾ ਜਿਹੜਾ ਹੈ ਕੁਝ ਵੀ ਲੁਕਾ ਨਹੀਂ ਸਕਦਾ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਸੱਚੋ ਹੀ ਸੱਚ ਨਿਬੇੜਾ ਹੁੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਅਰਦਾਸ ਕਰਨ ਵਾਸਤੇ ਸਤਿਗੁਰੂ ਜੀ ਹੁਕਮ ਕਰਦੇ ਆ ਕਿ ਮਨ ਜਦੋਂ ਕਿਤੇ ਸ਼ੇਰ ਦੀ ਤਰ੍ਹਾਂ ਬਲਵਾਨ ਹੋ ਜਾਵੇ, ਤੁਹਾਡੇ ਬਸ ਵਿੱਚ ਨਾ ਆਵੇ, ਬਾਰ-ਬਾਰ ਮੁੜ-ਮੁੜ ਕੇ ਉਸ ਪਾਸੇ ਨੂੰ ਜਾਵੇ ਜਿੱਧਰ ਗੁਰੂ ਸਾਹਿਬ ਦੀ ਆਗਿਆ ਨਹੀਂ ਹੈ, ਤਾਂ ਮਹਾਰਾਜ ਕਹਿੰਦੇ ਉਦੋਂ ਅਰਦਾਸ ਕਰੇ, ਮਹਾਰਾਜ ਇਹ ਹਜੂਰ ਸਤਿਗੁਰੂ ਬਖਸ਼ਿਸ਼ ਕਰੋ, ਇਹ ਮੇਰੇ ਵੱਸ ਦੀ ਗੱਲ ਨਹੀਂ ਰਹੀ। ਸੱਚੇ ਪਾਤਸ਼ਾਹ ਮਹਾਰਾਜ ਇਸ ਨੂੰ ਤੁਸੀਂ ਮੋੜ ਦਿਓ, ਤੁਸੀਂ ਵਸ ਕਰ ਦਿਓ, ਜਿਵੇਂ ਮਹਾਰਾਜ ਨੇ ਭਾਈ ਜੋਗਾ ਸਿੰਘ ਦੀ ਲਾਜ ਰੱਖ ਲਈ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਫਿਰ ਰਹਿਮਤ ਕਰਕੇ ਲਾਜ ਰੱਖਦੇ ਆ। ਸਤ ਸੰਗਤ ਜੀ ਕਿੰਨੀਆਂ ਹੋਈਆਂ ਇਉਂ ਸਤ ਸੰਗਤ ਜੀ ਇੱਥੇ ਤੱਕ। ਸੋ ਇਸ ਪ੍ਰਕਾਰ 30 ਅਰਦਾਸਾਂ ਜਿਹੜੀਆਂ ਹਨ, 29 ਅਰਦਾਸਾਂ ਸੰਪੂਰਨ ਹੋਈਆਂ ਹਨ। 30 ਅਰਦਾਸ ਜਿਹੜੀ 30ਵੀਂ ਅਰਦਾਸ ਹੈ ਉਹ ਕੱਲ ਤੋਂ ਅੱਗੇ ਆਪਾਂ ਸਰਵਣ ਕਰਾਂਗੇ, ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਚੂਕ ਸਭ ਜਾਏ ਪਿਤਰਨ ਸੁਖ ਪਾਏ, ਮਨ ਸ਼ੇਰ ਵਸ ਸਤਿਗੁਰ ਬਖਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।